ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੀਵਨ ਬਿਰਤਾਂਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਰਾਮ ਰਾਏ ਜੀ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਕੀਰਤਪੁਰ ਵਿੱਚ ਹੋਇਆ ਸੀ। ਸੋਮਵਾਰ ਦਾ ਦਿਨ ਸੀ। 8 ਸਾਵਣ ਸੰਮਤ 1713। ਚੰਦਰਮਾ ਦੇ ਹਿਸਾਬ ਨਾਲ ਸਾਵਣ ਵਦੀ 10 ਸੀ। ਹਾੜ ਦੀ ਪੂਰਨਮਾਸ਼ੀ ਤੋਂ ਪਿੱਛੋਂ 10ਵਾਂ ਦਿਨ ਹਨੇਰਾ ਪੱਖ ਈਸਵੀ ਸਨ 1656 ਤੇ ਜੁਲਾਈ ਦੀ 7 ਤਰੀਕ ਸੀ। ਗੁਰਿਆਈ। ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਅਸਰ ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬਦਲਾ ਦਿੱਤੀ ਸੀ। ਇਸ ਵਾਸਤੇ ਸਿੱਖ ਕੌਮ ਦੀ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਨੂੰ ਨਹੀਂ ਸੌਂਪੀ ਜਾ ਸਕਦੀ ਸੀ। ਗੁਰੂ ਹਰਿਰਾਏ ਸਾਹਿਬ 5 ਕੱਤਕ ਸੰਮਤ 1718 ਮੁਤਾਬਕ 6 ਅਕਤੂਬਰ ਸਨ 1661 ਨੂੰ ਜੋਤੀ ਜੋਤ ਸਮਾਏ। ਇਸ ਤੋਂ ਪਹਿਲਾਂ ਉਹਨਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਥਾਪ ਦਿੱਤਾ। ਉਸ ਵੇਲੇ ਇਹਨਾਂ ਦੀ ਉਮਰ 5 ਸਾਲ ਤੇ ਤਕਰੀਬਨ 3 ਮਹੀਨੇ ਦੀ ਸੀ। ਸਿੱਖ ਸ਼ਰਧਾ ਦੀ ਪਰਖ ਦਾ ਵੇਲਾ। ਅਸੀਂ ਪਿੱਛੇ ਵੇਖ ਆਏ ਹਾਂ ਕਿ ਆਪਣੇ ਸ਼ਰੀਕ ਭਰਾਵਾਂ ਵੱਲੋਂ ਬੇਫਿਕਰ ਹੋ ਕੇ ਔਰੰਗਜ਼ੇਬ 13 ਫਰਵਰੀ ਸਨ 1660 ਨੂੰ ਦਿੱਲੀ ਵਾਪਸ ਆਇਆ ਸੀ। ਉਸ ਤੋਂ ਪਿੱਛੋਂ ਉਸਨੇ ਪੰਜਾਬ ਦੇ ਰਾਜਸੀ ਹਾਲਤ ਅੱਖਾਂ ਅੱਗੇ ਲਿਆ ਕੇ ਸਿੱਖ ਧਰਮ ਦੀ ਵੱਧ ਰਹੀ ਤਾਕਤ ਦੇ ਰਾਹ ਵਿੱਚ ਕੋਈ ਰੋਕ ਪਾਉਣ ਲਈ ਗੁਰੂ ਹਰਿਰਾਏ ਸਾਹਿਬ ਨੂੰ ਦਿੱਲੀ ਸੱਦ ਭੇਜਿਆ ਸੀ। ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਘੱਲਿਆ ਸੀ। ਔਰੰਗਜ਼ੇਬ ਸਿੱਖ ਕੌਮ ਦੇ ਵਿਰੁੱਧ ਆਪਣੀ ਪਹਿਲੀ ਕੋਸ਼ਿਸ਼ ਵਿੱਚ ਇਤਨਾ ਕੁ ਕਾਮਯਾਬ ਹੋ ਗਿਆ ਕਿ ਬਾਬਾ ਰਾਮ ਰਾਏ ਜੀ ਨੇ ਸ਼ਾਹੀ ਰਸੂਖ ਨੂੰ ਕਾਇਮ ਰੱਖਣ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਤਬਦੀਲੀ ਕਰਨ ਦੀ ਉਕਾਈ ਕਰ ਦਿੱਤੀ। ਮਨ ਇੱਕ ਵਾਰੀ ਤਿਲਕ ਪਵੇ ਤਾਂ ਇਸ ਉੱਤੇ ਬੇਪਰਤੀਤੀ ਹੋ ਜਾਂਦੀ ਹੈ। ਦੁਨੀਆ ਦੀਆਂ ਵਡਿਆਈਆਂ ਦੀ ਖਾਤਰ ਫਿਰ ਇਹ ਡਿੱਗਦਾ ਹੀ ਡਿੱਗਦਾ ਹੈ। ਔਰੰਗਜ਼ੇਬ ਨੇ ਇਸ ਬਣੀ ਵਿੱਤ ਨੂੰ ਕਾਇਮ ਰੱਖਣ ਲਈ ਬਾਬਾ ਰਾਮ ਰਾਏ ਜੀ ਨੂੰ ਜਾਗੀਰ ਵੀ ਦੇ ਦਿੱਤੀ। 6 ਅਕਤੂਬਰ ਸਨ 1661 ਨੂੰ ਗੁਰੂ ਹਰਿਰਾਏ ਸਾਹਿਬ ਜੀ ਜੋਤੀ ਜੋਤ ਸਮਾ ਗਏ। ਪਰ ਇਸ 1.5 ਸਾਲ ਦੇ ਅੰਦਰ ਸਿੱਖ ਕੌਮ ਦੀ ਜਥੇਬੰਦੀ ਦੀ ਨਿਗਰਤਾ ਵਿੱਚ ਕੋਈ ਖਾਸ ਫਰਕ ਨਾ ਪਿਆ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਥਾਂ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਬਣਾਇਆ। ਉਹਨਾਂ ਦੀ ਉਮਰ ਉਸ ਵੇਲੇ ਸਿਰਫ 5.25 ਸਾਲਾਂ ਦੀ ਸੀ। ਸਿੱਖਾਂ ਵਾਸਤੇ ਭਾਰੀ ਪਰਖ ਦਾ ਸਮਾਂ ਆਇਆ। ਜਾਤ ਅਭਿਮਾਨੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਸਿੱਖ ਧਰਮ ਨਾਲ ਲੱਗਦੇ ਚਲੇ ਆ ਰਹੇ ਸਨ। ਉਹਨਾਂ ਨੂੰ ਆਸਾਂ ਬਣ ਲੱਗੀਆਂ ਕਿ ਸਿੱਖੀ ਅਸਰ ਘਟੇਗਾ ਅਤੇ ਬ੍ਰਾਹਮਣ ਦੀ ਪੂਜਾ ਮਾਨਤਾ ਫਿਰ ਆਪਣੇ ਟਿਕਾਣੇ ਉੱਤੇ ਪਹੁੰਚ ਜਾਏਗੀ। ਬਾਬਾ ਰਾਮ ਰਾਏ ਜੀ ਨੂੰ ਜਗੀਰ ਮਿਲਿਆ ਅਜੇ 1 ਸਾਲ ਦੇ ਕਰੀਬ ਹੀ ਹੋਇਆ ਸੀ। ਔਰੰਗਜ਼ੇਬ ਬੜੇ ਗਹੁ ਨਾਲ ਉਡੀਕ ਰਿਹਾ ਸੀ ਕਿ ਇਸ ਹੋਣਹਾਰ ਗੱਭਰੂ ਨੂੰ ਸਿੱਖ ਧਰਮ ਵੱਲੋਂ ਨਿਖੇੜਿਆਂ ਸਿੱਖ ਜਥੇਬੰਦੀ ਉੱਤੇ ਕਦੋਂ ਕੁ ਅਸਰ ਪੈਂਦਾ ਹੈ। 5.25 ਸਾਲ ਦੀ ਉਮਰ ਦੇ ਬਾਲ ਗੁਰੂ ਨੂੰ ਗੁਰਿਆਈ ਮਿਲਣ ਤੇ ਉਸ ਨੂੰ ਵੀ ਆਸਾਂ ਬਣ ਪਈਆਂ ਕਿ ਫੁੱਟ ਦਾ ਲਾਇਆ ਬੂਟਾ ਜ਼ਰੂਰ ਮਨ ਭਾਉਂਦਾ ਫਲ ਦੇਵੇਗਾ। ਕੁਝ ਮਸੰਦਾਂ ਦੀ ਗਿਰਾਵਟ। ਮਸੰਦ ਸੰਪਰਦਾ ਗੁਰੂ ਅਰਜਨ ਸਾਹਿਬ ਨੇ ਸ਼ੁਰੂ ਕੀਤੀ ਸੀ। ਜਿਉਂ-ਜਿਉਂ ਦੂਰ-ਦੂਰ ਦੇ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਵਧਦੀ ਗਈ, ਉਹਨਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅਤੇ ਉਹਨਾਂ ਨੂੰ ਜਥੇਬੰਦ ਰੱਖਣ ਲਈ ਇਹ ਲੋੜ ਵੀ ਪੈਂਦੀ ਗਈ ਕਿ ਸਿਆਣੇ, ਵਿਦਵਾਨ ਤੇ ਇਮਾਨਦਾਰ ਸਿੱਖ ਇਸ ਕੰਮ ਤੇ ਲਾਏ ਜਾਣ। ਇਹ ਸਾਰੇ ਮਹਾਨ ਭਾਰੇ ਕਾਰਜ ਲਈ ਮਾਇਆ ਦੀ ਲੋੜ ਤਾਂ ਪੈਣੀ ਹੀ ਸੀ। ਸੋ ਹਰੇਕ ਸਿੱਖ ਆਪਣੀ ਕਮਾਈ ਦਾ ਦਸਵੰਧ ਇਹਨਾਂ ਮਸੰਦਾਂ ਦੀ ਰਾਹੀਂ ਸਿੱਖ ਕੌਮ ਦੇ ਕੇਂਦਰੀ ਖਜ਼ਾਨੇ ਗੁਰੂ ਘਰ ਵਿੱਚ ਭੇਜਦਾ ਸੀ। ਮਸੰਦਾਂ ਉੱਤੇ ਇਹ ਬੜੀ ਭਾਰੀ ਜ਼ਿੰਮੇਵਾਰੀ ਸੀ। ਇਸ ਦੇ ਨਿਭਾਉਣ ਨਾਲ ਉਹਨਾਂ ਦੀ ਪ੍ਰਤਿਭਾ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਇਸ ਦਾ ਨਤੀਜਾ ਇਹ ਨਿਕਲਣ ਲੱਗ ਪਿਆ ਕਿ ਕਿਤੇ-ਕਿਤੇ ਕੋਈ ਮਸੰਦ ਮਾਇਆ ਦੇ ਫੇਰ ਵਿੱਚ ਆ ਕੇ ਗੁਰੂ ਵੱਲੋਂ ਖੁੰਝ ਕੇ ਆਪਣੀ ਨਿੱਜੀ ਪ੍ਰਭਤਾ ਵਡਿਆਈ ਬਣਾਉਣ ਤੇ ਕਾਇਮ ਰੱਖਣ ਦੇ ਆਹਰ ਕਰਨ ਲੱਗ ਪਿਆ। ਬਾਬਾ ਰਾਮ ਰਾਏ ਜੀ ਨੂੰ ਚੁੱਕਣਾ। ਇਤਨੀ ਵੱਡੀ ਤਾਕਤ ਵਾਲੀ ਮੁਗਲ ਹਕੂਮਤ ਦੇ ਬਾਦਸ਼ਾਹ ਨਾਲ ਰਸੂਖ ਬਣਨਾ ਕੋਈ ਨਿੱਕੀ ਗੱਲ ਨਹੀਂ ਸੀ। ਕੁਝ ਮਸੰਦਾਂ ਨੇ ਬਾਬਾ ਰਾਮ ਰਾਏ ਜੀ ਨੂੰ ਇਹ ਰਸੂਖ ਪੱਕਾ ਰੱਖਣ ਲਈ ਪ੍ਰੇਰਿਆ ਸੀ ਕਿ ਇਸ ਦੀ ਖਾਤਰ ਗੁਰੂ ਕੀ ਬਾਣੀ ਵਿੱਚ
ਰਤਾ ਕੋ ਹੇਰਾ ਫੇਰੀ ਕਰ ਲੈਣ ਵਿੱਚ ਕੋਈ ਹਰਜ ਨਹੀਂ, ਪਰ ਜਿਸ ਵਿਅਕਤੀ ਦੇ ਆਸਰੇ ਉਹ ਆਪਣੀ ਪ੍ਰਭਤਾ ਵਡਿਆਈ ਬਣੀ ਰਹਿਣ ਦੀ ਆਸ ਰੱਖਦੇ ਸਨ, ਉਸ ਦੀ ਆਪਣੀ ਹੀ ਪ੍ਰਭਤਾ ਸਿੱਖ ਕੌਮ ਵਿੱਚੋਂ ਮੁੱਕ ਗਈ, ਕਿਉਂਕਿ ਉਹਨਾਂ ਦੀ ਪ੍ਰੇਰਨਾ ਨਾਲ ਖਾਧੀ ਉਕਾਈ ਦੇ ਕਾਰਨ ਬਾਬਾ ਰਾਮ ਰਾਏ ਜੀ ਗੁਰਿਆਈ ਤੋਂ ਵਾਂਝੇ ਰਹਿ ਗਏ। ਫਿਰ ਵੀ ਮਸੰਦਾਂ ਨੇ ਅਜੇ ਹੌਸਲਾ ਨਾ ਹਾਰਿਆ। ਸਿੱਖ ਇਤਿਹਾਸ ਉਹਨਾਂ ਦੇ ਮੋਢੀ ਦਾ ਨਾਮ ਗੁਰਦਾਸ ਦੱਸਦਾ ਹੈ। ਗੁਰਦਾਸ ਨੇ ਬਾਬਾ ਰਾਮ ਰਾਏ ਜੀ ਨੂੰ ਹੋਰ ਪੱਟੀ ਪੜਾਈ। ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਆਖਿਆ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ, ਬਾਦਸ਼ਾਹ ਆਪ ਦਖਲ ਦੇ ਕੇ ਮੇਰਾ ਹੱਕ ਦਿਵਾਏ। ਇਸ ਮਾਮਲੇ ਵਿੱਚ ਬਾਦਸ਼ਾਹ ਦੀ ਦਿਲਚਸਪੀ ਪੈਦਾ ਕਰਨ ਲਈ ਮਸੰਦ ਗੁਰਦਾਸ ਦੀ ਚੁੱਕ ਤੇ ਇਹ ਵੀ ਆਖ ਦਿੱਤਾ ਕਿ 5 ਸਾਲਾਂ ਦਾ ਬਾਲਕ ਗੁਰੂ ਸਿੱਖ ਕੌਮ ਨੂੰ ਵਸ ਵਿੱਚ ਨਹੀਂ ਰੱਖ ਸਕੇਗਾ। ਕਈ ਤੁਰਨੇ ਸਿਰ ਚਲਾਕ ਬੰਦੇ ਇਸ ਤੋਂ ਅਯੋਗ ਲਾਭ ਖੱਟਣ ਦੀ ਖਾਤਰ ਦੇਸ਼ ਵਿੱਚ ਕੋਈ ਗੜਬੜ ਕਰਾ ਦੇਣਗੇ। ਔਰੰਗਜ਼ੇਬ ਦੇ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਚੰਗੀ ਗੱਲ ਹੋਈ ਕਿ ਜਿਸ ਗੁਰ ਪ੍ਰਣਾਲੀ ਨੇ ਤੁਰਕ ਤੇ ਖੱਤਰੀ ਹਾਕਮਾਂ ਦੇ ਵਿਰੁੱਧ ਭਾਰਤ ਦੀ ਜਨਤਾ ਨੂੰ ਖੜਾ ਕਰ ਦਿੱਤਾ ਸੀ, ਉਸ ਦੇ ਆਪਣੇ ਹੀ ਘਰ ਵਿੱਚ ਫੁੱਟ ਪੈ ਗਏ। ਉਸ ਨੂੰ ਆਸ ਬਣ ਗਈ ਕਿ ਜਨਤਾ ਨੂੰ ਹੱਲਾਸ਼ੇਰੀ ਦੇਣ ਵਾਲਾ ਪਾਸਾ ਕਮਜ਼ੋਰ ਹੋ ਜਾਏਗਾ ਤੇ ਇਸ ਤੁਰਕ ਹਕੂਮਤ ਦੇ ਡੋਲਣ ਦਾ ਕੋਈ ਖਤਰਾ ਪੈਦਾ ਨਹੀਂ ਹੋਵੇਗਾ। ਕੁਝ ਬ੍ਰਾਹਮਣਾਂ ਦੀਆਂ ਨਵੀਆਂ ਆਸਾਂ ਜਾਂਦਾ ਰਸੂਖ ਮੁੜ ਜਵਾਲਣ ਦੇ ਯਤਨ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਤੱਖ ਵੇਖ ਲਿਆ ਸੀ ਕਿ ਭਾਰਤ ਦੀ ਗਰੀਬ ਹਿੰਦੂ ਜਨਤਾ ਦੇ ਦੁੱਖਾਂ ਦਾ ਮੂਲ ਕਾਰਨ 3 ਧੜੇ ਸਨ: ਬ੍ਰਾਹਮਣ, ਖੱਤਰੀ, ਕਰਮਚਾਰੀ ਅਤੇ ਤੁਰਕ ਹਾਕਮ। ਜਿੱਥੇ ਕਿਤੇ ਮੌਕਾ ਬਣਦਾ ਰਿਹਾ, ਸਤਿਗੁਰੂ ਜੀ ਇਹਨਾਂ ਦੇ ਅਤਿਆਚਾਰਾਂ ਨੂੰ ਨਸ਼ਰ ਕਰਦੇ ਰਹੇ ਤੇ ਗਰੀਬ ਲੋਕਾਂ ਨੂੰ ਢਾਰਸ ਦਿੰਦੇ ਰਹੇ। ਹਰੇਕ ਗੁਰ ਵਿਅਕਤੀ ਦਾ ਪ੍ਰਚਾਰ ਇਹਨਾਂ ਹੀ ਲੀਹਾਂ ਤੇ ਰਿਹਾ ਤੇ ਲੋਕਾਂ ਦੇ ਦਿਲਾਂ ਤੋਂ ਇਹਨਾਂ 3 ਹੀ ਧੜਿਆਂ ਦਾ ਦਬਾਅ ਘਟਦਾ ਗਿਆ। ਸਤਿਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਬਾਲ ਗੁਰੂ ਨੂੰ ਵੇਖ ਕੇ ਸਥਾਨਕ ਬ੍ਰਾਹਮਣਾਂ ਨੂੰ ਆਸਾਂ ਬਣਨ ਲੱਗ ਪਈਆਂ ਕਿ ਉਹਨਾਂ ਦਾ ਭਰਮ ਭਾਵ ਫਿਰ ਬਣ ਜਾਵੇਗਾ। ਜਦੋਂ ਵੀ ਅਵਸਰ ਬਣਿਆ, ਇਹਨਾਂ ਲੋਕਾਂ ਨੇ ਗਰੀਬ ਜਨਤਾ ਨੂੰ ਇਹ ਟਪਲੇ ਦੇਣੇ ਸ਼ੁਰੂ ਕੀਤੇ ਕਿ ਗੁਰੂ ਘਰ ਹੁਣ ਰੌਲਾ ਪੈ ਗਿਆ ਹੈ। ਸਿੱਖ ਇਤਿਹਾਸ ਦੀ ਰਾਹੀਂ ਸਾਡੇ ਪਾਸ ਵੰਨਗੀ ਵਜੋਂ ਕੁਝ ਹੀ ਘਟਨਾਵਾਂ ਆਪਣੀਆਂ ਹਨ। ਗਰੀਬ ਦੁਖੀਏ ਲੋਕਾਂ ਨੂੰ ਸਭ ਤੋਂ ਪਹਿਲਾਂ ਦੁੱਖ ਭੁੱਖ ਦਾ ਹੋਣਾ ਹੋਇਆ। ਭੁੱਖ ਤੋਂ ਸਰੀਰਕ ਕਮਜ਼ੋਰੀ ਤੇ ਫਿਰ ਸਰੀਰਕ ਰੋਗ ਉਪਜਣੇ ਹੋਏ। ਕਿਸੇ ਮਹਾਂਪੁਰਖ ਦੀ ਉਚਤਾ ਦਾ ਮਾਪ ਗਰੀਬ ਅਨਪੜ੍ਹ ਲੋਕਾਂ ਪਾਸ ਆਮ ਤੌਰ ਤੇ ਇਹੀ ਹੋਇਆ ਕਰਦਾ ਹੈ ਕਿ ਉਹ ਕੋਈ ਅਚੰਭਾ ਕਰ ਵਿਖਾਵੇ ਜਿਸ ਨਾਲ ਉਹਨਾਂ ਦੇ ਦੁੱਖ ਦਲਿੱਦਰ ਦੂਰ ਹੋ ਜਾਣ। ਬ੍ਰਾਹਮਣਾਂ ਨੇ ਲੋਕਾਂ ਦੀ ਇਸ ਸੁਭਾਵਕ ਰੁਚੀ ਨੂੰ ਵਰਤਿਆ। ਕੀਰਤਪੁਰ ਦੇ ਇਲਾਕੇ ਵਿੱਚ ਕੋਈ ਰੋਗੀ ਦੁਖੀਆ ਮਿਲੇ, ਤੁਰਤ ਉਸ ਦੇ ਕੰਨਾਂ ਵਿੱਚ ਫੂਕ ਮਾਰ ਦੇਣੀ ਕਿ ਗੁਰੂ ਨਾਨਕ ਦੇ ਘਰ ਵਿੱਚ ਜਾਵੋ। ਉਹ ਇੱਕੋ ਨਿਗਾਹ ਨਾਲ ਨਰੋਆ ਕਰ ਦੇਣਗੇ। ਸਿੱਖ ਇਤਿਹਾਸ ਲਿਖਦਾ ਹੈ, ਇੱਕ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਲਕੀ ਵਿੱਚ ਸਵਾਰ ਹੋ ਕੇ ਬਾਹਰ ਸੈਰ ਨੂੰ ਜਾ ਰਹੇ ਸਨ। ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋੜਾ ਬ੍ਰਾਹਮਣ ਪਾਲਕੀ ਦੇ ਅੱਗੇ ਆ ਲੇਟਿਆ ਤੇ ਰੋਗ ਰਾਜ਼ੀ ਕਰਾਉਣ ਲਈ ਤਰਲੇ ਕਰਨ ਲੱਗਾ। ਬ੍ਰਾਹਮਣਾਂ ਦੇ ਜੂਲੇ ਹੇਠੋਂ ਕੱਢੀ ਹੋਈ ਗਰੀਬ ਜਨਤਾ ਨੂੰ ਸਤਿਗੁਰੂ ਜੀ ਨੇ ਉਹਨਾਂ ਦੇ ਇਹਨਾਂ ਵਰਤੇ ਢੰਗਾਂ ਨਾਲ ਮੁੜ ਉਸ ਜਾਲ ਵਿੱਚ ਫਸਣ ਨਹੀਂ ਸੀ ਦੇਣਾ। ਆਪ ਨੇ ਆਪਣੇ ਹੱਥ ਮੂੰਹ ਪੂੰਝਣ ਵਾਲਾ ਰੁਮਾਲ ਉਸ ਨੂੰ ਦੇ ਕੇ ਆਗਿਆ ਕੀਤੀ ਕਿ ਇਹ ਰੁਮਾਲ ਆਪਣੇ ਪਿੰਡੇ ਤੇ ਫੇਰਿਆ ਕਰ ਤੇ ਅਰਦਾਸ ਕਰਿਆ ਕਰ। ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ। ਕੋੜੀ ਰਾਜ਼ੀ ਹੋ ਗਿਆ। ਇਹ 4 ਬ੍ਰਾਹਮਣਾਂ ਨੂੰ ਪੁੱਠੀ ਪਈ। ਗੁਰੂ ਘਰ ਦੀ ਸ਼ੋਭਾ ਸਗੋਂ ਵਧਣ ਲੱਗ ਪਈ। ਔਰੰਗਜ਼ੇਬ ਕਸ਼ਮੀਰ ਨੂੰ। ਔਰੰਗਜ਼ੇਬ ਬੜਾ ਪੱਕਾ ਮੁਸਲਮਾਨ ਸੀ। ਨਮਾਜ਼ ਰੋਜ਼ੇ ਆਦਿਕ ਸ਼ਰਅ ਦੇ ਹਰੇਕ ਹੁਕਮ ਦੀ ਤਨੋ ਮਨੋ ਪਾਲਣਾ ਕਰਦਾ ਸੀ। ਨਵਾਂ ਤਖਤ ਹਾਸਲ ਕਰਨ ਕਰਕੇ ਅਜੇ ਰਾਜਸੀ ਰੁਝੇਵੇਂ ਤੇ ਝੰਬੇਲੇ ਵੀ ਬਹੁਤ ਸਨ। ਫਿਰ ਵੀ ਔਰੰਗਜ਼ੇਬ ਨਮਾਜ਼ ਰੋਜ਼ੇ ਵਿੱਚ ਕੋਈ ਉਕਾਈ ਨਹੀਂ ਹੋਣ ਦਿੰਦਾ ਸੀ। ਸਨ 1662 ਦੇ ਰੋਜ਼ੇ 10 ਅਪ੍ਰੈਲ ਤੋਂ 9 ਮਈ ਤੱਕ ਆਏ। ਦਿੱਲੀ ਵਿੱਚ ਉਨੀ ਦਿਨੀ ਕਾਫੀ ਗਰਮੀ ਪੈਣ ਲੱਗ ਜਾਂਦੀ ਹੈ। ਰੋਜ਼ਿਆਂ ਦੇ ਦਿਨਾਂ ਵਿੱਚ ਔਰੰਗਜ਼ੇਬ ਅੱਧੀ ਰਾਤ ਤੱਕ ਕੁਰਾਨ ਸ਼ਰੀਫ ਪੜ੍ਹਦਾ ਰਿਹਾ। ਰਾਜਸੀ ਜ਼ਿੰਮੇਵਾਰੀਆਂ, ਰੋਜ਼ਿਆਂ ਵਿੱਚ ਇਹ ਤਪ ਅਤੇ ਗਰਮੀ, ਇਹਨਾਂ ਸਭਨਾਂ ਨੇ ਉਸ ਦੀ ਸਿਹਤ ਉੱਤੇ ਬਹੁਤ ਅਸਰ ਪਾਇਆ। 9 ਮਈ ਨੂੰ ਰੋਜ਼ੇ ਖਤਮ ਹੋਏ। 12 ਮਈ ਨੂੰ ਔਰੰਗਜ਼ੇਬ ਨੂੰ ਫੂਕ ਕੇ ਤਾਪ ਚੜ੍ਹ ਗਿਆ। ਕਈ ਦਿਨ ਬੇਹੋਸ਼ੀ ਰਹੀ, ਪਰ ਆਖਰ ਤਾਪ ਨੇ ਮੋੜਾ ਖਾਧਾ। ਔਰੰਗਜ਼ੇਬ 17 ਜੂਨ ਨੂੰ ਬਿਲਕੁਲ ਨਰੋਆ ਹੋ ਗਿਆ। ਸ਼ਾਹੀ ਹਕੀਮਾਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਕਿ ਸਿਹਤ ਠੀਕ ਕਰਨ ਵਾਸਤੇ ਕਸ਼ਮੀਰ ਜਾਣਾ ਜ਼ਰੂਰੀ ਹੈ।
ਔਰੰਗਜ਼ੇਬ 8 ਦਸੰਬਰ ਸਨ 1662 ਨੂੰ ਦਿੱਲੀ ਤੋਂ ਚੱਲ ਕੇ 8 ਫਰਵਰੀ ਸਨ 1663 ਨੂੰ ਲਾਹੌਰ ਪਹੁੰਚ ਗਿਆ। ਪੰਜਾਬ 'ਚ ਤਦੋਂ ਤੱਕ ਭਰ ਸਿਆਲ ਲੰਘ ਕੇ ਮਿੱਠੀ ਮਿੱਠੀ ਰੁੱਤ ਆ ਜਾਂਦੀ ਹੈ। ਔਰੰਗਜ਼ੇਬ 3 ਮਹੀਨੇ ਲਾਹੌਰ ਠਹਿਰਿਆ ਰਿਹਾ। ਉਸ ਨੇ ਪੰਜਾਬ ਦੇ ਰਾਜਸੀ ਹਾਲਤ ਚੰਗੀ ਤਰ੍ਹਾਂ ਵੇਖਣੇ ਪੜਤਾਲਣੇ ਸਨ। ਸਿੱਖ ਧਰਮ ਦੇ ਵਿਰੋਧੀਆਂ ਵੱਲੋਂ ਸਿੱਖ ਕੌਮ ਦੀ ਵੱਧ ਰਹੀ ਤਾਕਤ ਦਾ ਮਾੜਾ ਮਾੜਾ ਤੌਖਲਾ ਉਸ ਦੇ ਦਿਲ ਵਿੱਚ ਪਾਇਆ ਗਿਆ ਹੋਇਆ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰੂ ਬਣਿਆ 1.25 ਸਾਲ ਹੋ ਚੁੱਕਿਆ ਸੀ। ਉਸ ਦੀਆਂ ਆਪਣੀਆਂ ਮਿੱਥੀਆਂ ਆਸਾਂ ਅਨੁਸਾਰ ਔਰੰਗਜ਼ੇਬ ਨੂੰ ਬਾਲਕ ਗੁਰੂ ਵੱਲੋਂ ਸਿੱਖਾਂ ਵਿੱਚ ਸ਼ਰਧਾ ਘਟਦੀ ਨਹੀਂ ਦਿਸੀ ਸੀ। ਹੁਣ ਲਾਹੌਰ 3 ਮਹੀਨੇ ਟਿਕ ਕੇ ਉਸ ਨੇ ਗਹੁ ਨਾਲ ਵੇਖ ਲਿਆ ਕਿ ਨਿਰਾ ਉਡੀਕਣ ਨਾਲ ਸਿੱਖ ਕੌਮ ਵਿੱਚ ਫੁੱਟ ਦਾ ਬੀਜ ਫਲ ਨਹੀਂ ਦੇ ਸਕੇਗਾ, ਕੁਝ ਆਪ ਵੀ ਉਦਮ ਕਰਨਾ ਹੀ ਪਵੇਗਾ। 2.5 ਮਹੀਨੇ ਕਸ਼ਮੀਰ ਰਹਿ ਕੇ ਔਰੰਗਜ਼ੇਬ 29 ਸਤੰਬਰ ਸਨ 1663 ਨੂੰ ਲਾਹੌਰ ਵਾਪਸ ਆਇਆ ਅਤੇ 19 ਜਨਵਰੀ ਸਨ 1664 ਨੂੰ ਦਿੱਲੀ ਅੱਪੜਿਆ। ਸ਼ਾਹੀ ਸੱਦਾ ਦੂਜੀ ਵਾਰੀ। ਜਿਵੇਂ ਸਨ 1660 ਵਿੱਚ ਔਰੰਗਜ਼ੇਬ ਨੇ ਗੁਰੂ ਘੱਲਿਆ, ਦੂਜੀ ਵਾਰੀ ਸਨ 1664 ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਉਸ ਨੇ ਸੱਦ ਭੇਜਿਆ। ਸਿੱਖ ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਹਰਕ੍ਰਿਸ਼ਨ ਲਈ ਪ੍ਰੇਰਨਾ ਕੀਤੀ ਜਾਏ। ਗੁਰੂ ਤੇ ਸਿੱਖ ਦੀ ਸਾਂਝ। ਮਿਰਜ਼ਾ ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ 50 ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਪ੍ਰਾਰਥਨਾ ਕਰਨੀ ਤੇ ਉਹਨਾਂ ਨੂੰ ਬੜੇ ਆਦਰ ਸਤਿਕਾਰ ਨਾਲ ਇੱਕ ਪਾਲਕੀ ਵਿੱਚ ਸਵਾਰ ਕਰਕੇ ਲੈ ਆਉਣਾ। ਸਿੱਖ ਕੌਮ ਵਾਸਤੇ ਇੱਕ ਭਾਰੀ ਅਜਮਾਇਸ਼ ਦਾ ਸਮਾਂ ਆਇਆ। ਗੁਰੂ ਅਰਜਨ ਸਮੇਂ ਲਾਹੌਰ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਗਵਾਲੀਅਰ ਗਏ ਸਨ। ਰੌਸ਼ਨ ਦਿਮਾਗ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਭ ਕੁਝ ਸੋਚਿਆ ਵਿਚਾਰਿਆ। ਆਪ ਦੀ ਉਮਰ ਉਸ ਵਕਤ 7 ਸਾਲ ਹੋ ਚੁੱਕੀ ਸੀ। ਗੁਰੂ ਨਾਨਕ ਸਾਹਿਬ ਨੇ ਵੀ 7 ਸਾਲ ਦੀ ਉਮਰੇ ਹੀ ਤਲਵੰਡੀ ਦੇ ਪਾਂਧੇ ਪਾਸ ਪੜ੍ਹਨ ਗਿਆ ਆਪਣੀ ਉੱਚੀ ਸੂਝ-ਬੂਝ ਨਾਲ ਉਸ ਨੂੰ ਚੱਕਰਿਤ ਕਰ ਦਿੱਤਾ ਸੀ। ਇੱਥੇ ਵੀ ਉਹੀ ਜੋਸ਼ ਸੀ। ਬਾਬਾ ਦਾਤੂ ਜੀ ਨੇ ਦੋਖੀਆਂ ਦੀ ਚੁੱਕ ਵਿੱਚ ਆ ਕੇ ਗੁਰੂ ਅਮਰਦਾਸ ਜੀ ਤੋਂ ਗੁਰੂ ਸਿੱਖ ਵਾਲੀ ਸਾਂਝ ਬਦੋ-ਬਦੀ ਖੋਹਣੀ ਚਾਹੀ ਸੀ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਮੌਕਾ ਦੇ ਦਿੱਤਾ, ਪਰ ਸਿੱਖ ਸੰਗਤ ਨੇ ਗੁਰੂ ਅੰਗਦ ਸਾਹਿਬ ਦੀ ਕੀਤੀ ਹੋਈ ਚੋਣ ਉੱਤੇ ਹੀ ਸ਼ਰਧਾ ਦੇ ਫੁੱਲ ਚਾੜੇ ਸਨ। ਹੁਣ ਵੀ ਉਹੀ ਮਰਜ਼ਾਦਾ ਕਾਇਮ ਰਹਿਣੀ ਸੀ। ਦਿੱਲੀ ਵੱਲ ਰਵਾਨਗੀ। ਸਿੱਖਾਂ ਨੂੰ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਵਾਲੀਆਂ ਘਟਨਾਵਾਂ ਯਾਦ ਸਨ। ਕੀਰਤਪੁਰ ਅਤੇ ਦੁਆਲੇ ਦੇ ਜਿਨ੍ਹਾਂ ਨੇ ਸੁਣਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਸੱਦੇ ਤੇ ਦਿੱਲੀ ਜਾ ਰਹੇ ਹਨ, ਸਭ ਨੂੰ ਤੌਖਲਾ ਹੋਇਆ। ਸਤਿਗੁਰੂ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਹੌਸਲਾ ਦਿੱਤਾ, ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਕੀਰਤਪੁਰ ਤੋਂ ਦਿੱਲੀ ਪੌਣੇ 200 ਮੀਲਾਂ ਦੀ ਵਿੱਥ ਤੇ ਸਿੱਧਾ ਦੱਖਣ ਵੱਲ ਹੈ। ਜਦੋਂ ਸਤਿਗੁਰੂ ਜੀ 60 ਕੁ ਮੀਲ ਮੁਕਾ ਕੇ ਅੰਬਾਲੇ ਦੇ ਇਲਾਕੇ ਵਿੱਚ ਪੰਜੋਖਰੇ ਪਹੁੰਚੇ ਤਾਂ ਕੁਝ ਕੁ ਉੱਘੇ ਸਿੱਖਾਂ ਤੋਂ ਛੁੱਟ ਬਾਕੀ ਸਭਨਾਂ ਨੂੰ ਪਛਾਣ ਮੋੜ ਦਿੱਤਾ ਅਤੇ ਆਪ ਅਗਾਂਹ ਚੱਲ ਪਏ। ਪੰਜੋਖਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ 6 ਮੀਲ ਪੂਰਬ ਵਾਲੇ ਪਾਸੇ ਪੱਕੀ ਸੜਕ ਉੱਤੇ ਹੈ। ਇਸ ਪਿੰਡ ਤੋਂ 1 ਫਰਲਾਂਗ ਉੱਤਰ ਪੂਰਬ ਵੱਲ ਗੁਰੂ ਹਰਕ੍ਰਿਸ਼ਨ ਜੀ ਦਾ ਗੁਰਦੁਆਰਾ ਹੈ। ਇੱਕ ਬ੍ਰਾਹਮਣ ਦੀ ਫਿਰ ਉਹੀ ਚਾਲ। ਦਿੱਲੀ ਨੂੰ ਜਾਣ ਵਾਸਤੇ ਕੁਰਖੇਤਰ, ਥਾਨੇਸਰ, ਪਾਣੀਪਤ ਆਦਿਕ ਸ਼ਹਿਰ ਰਸਤੇ ਵਿੱਚ ਹੀ ਪੈਂਦੇ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੁਰਖੇਤਰ ਪਹੁੰਚ ਕੇ ਡੇਰਾ ਕੀਤਾ। ਹਿੰਦੂ ਲੋਕ ਤਾਂ ਅਜਿਹੇ ਤੀਰਥਾਂ ਤੇ ਆ ਕੇ ਬ੍ਰਾਹਮਣਾਂ ਨੂੰ ਦਾਨ ਪੁੰਨ ਕਰਦੇ ਹਨ ਅਤੇ ਉਥੋਂ ਦੇ ਇਸ਼ਨਾਨ ਨੂੰ ਬੜਾ ਭਾਰਾ ਉੱਤਮ ਕਰਮ ਸਮਝਦੇ ਹਨ, ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਪਰਮਾਤਮਾ ਦੀ ਯਾਦ ਤੇ ਪਰਮਾਤਮਾ ਦੀ ਖਲਕਤ ਦੀ, ਖਾਸ ਤੌਰ ਤੇ ਗਰੀਬ ਦੁਖੀਆ ਦੀ ਸੇਵਾ ਹੀ ਮਨੁੱਖਤਾ ਦਾ ਸਭ ਤੋਂ ਸੁੱਚਾ ਨਿਸ਼ਾਨਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਸ ਤੀਰਥ ਅਤੇ ਤੀਰਥ ਦੇ ਪਾਂਡਿਆਂ ਨੂੰ ਕੋਈ ਉਚੇਰੀ ਮਾਣ ਵਡਿਆਈ ਨਾ ਦਿੱਤੀ। ਇਹੀ ਰਵੱਈਆ ਨਾਲ ਗਏ ਸਿੱਖਾਂ ਦਾ ਸੀ। ਪਾਂਡੇ ਇਸ ਗੱਲੋਂ ਬੜੇ ਚਿੜੇ। ਉਹਨਾਂ ਦੀਆਂ ਸਾਮੀਆਂ ਘਟਦੀਆਂ ਸਨ, ਉਹਨਾਂ ਦੀ ਆਮਦਨ ਘਟਦੀ ਸੀ, ਪਰ ਨਹੀਂ ਨਾ ਲੱਗਦੇ ਜ਼ੋਰੀ ਸਿੱਖ ਕਰਮਕਾਂਡ ਦੇ ਉਸ ਜਾਲ ਵਿੱਚੋਂ ਨਿਕਲ ਚੁੱਕੇ ਸਨ। ਇੱਕ ਪੰਡਤ ਕਿਸ਼ਨ ਲਾਲ ਬਹੁਤ ਖਿਝਿਆ। ਸਿੱਖਾਂ ਨੂੰ ਸੁਣਾ ਕੇ ਆਖਣ ਲੱਗਾ ਕਿ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਨੇ ਗੀਤਾ ਲਿਖੀ। ਇਹ 7-8 ਸਾਲ ਦੇ ਬਾਲ ਆਪਣੇ ਆਪ ਨੂੰ ਹਰਕ੍ਰਿਸ਼ਨ ਜੀ ਅਖਵਾਉਂਦੇ ਹਨ। ਲੋਕ ਇਹਨਾਂ ਨੂੰ ਗੁਰੂ ਆਖਦੇ ਹਨ। ਜੇ ਇਹਨਾਂ ਵਿੱਚ ਸੱਚਮੁੱਚ ਕੋਈ ਆਤਮਿਕ ਸਮਰੱਥਾ ਹੈ ਤਾਂ ਕ੍ਰਿਸ਼ਨ ਜੀ ਦੀ ਗੀਤਾ ਦੇ
ਕਿਸੇ ਸ਼ਲੋਕ ਦੇ ਅਰਥ ਕਰ ਵਿਖਾਣ। ਅੱਪੜ ਦੀ ਇਹ ਗੱਲ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਆਪੜੀ। ਉਸ ਪੰਡਤ ਨੇ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਨੂੰ ਵੀ ਆ ਵੰਗਾਰਿਆ। ਕੀਰਤਪੁਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਅਜਿਹੇ ਕਈ ਬ੍ਰਾਹਮਣਾਂ ਨਾਲ ਅੱਗੇ ਕਈ ਵਾਰੀ ਵਾਹ ਪੈ ਚੁੱਕਿਆ ਸੀ। ਉਹ ਜਾਣਦੇ ਸਨ ਕਿ ਸਾਡੀ ਸਰੀਰਕ ਬਾਲ ਉਮਰ ਤੋਂ ਲੋਕਾਂ ਨੂੰ ਟਪਲਾ ਲਵਾ ਕੇ ਕਈ ਬ੍ਰਾਹਮਣ ਅਣਜਾਣ ਹਿੰਦੂ ਜਨਤਾ ਉੱਤੇ ਮੁੜ ਆਪਣਾ ਕਰਮ ਕਾਂਡਾਂ ਵਾਲਾ ਦਬਾਅ ਪੱਕਾ ਕਰਨਾ ਚਾਹੁੰਦੇ ਹਨ। ਪੰਡਤ ਕ੍ਰਿਸ਼ਨ ਲਾਲ ਦਾ ਵੀ ਇਹੀ ਯਤਨ ਸੀ ਕਿ ਗੁਰ ਉਪਦੇਸ਼ ਦੀ ਰਾਹੀਂ ਕੁਰਖੇਤਰ ਆਦਿਕ ਤੀਰਥਾਂ ਵੱਲੋਂ ਹਿੰਦੂ ਜਨਤਾ ਦੀ ਬੇਰੁਖੀ ਨਾ ਹੋ ਜਾਵੇ। ਸੋ ਸਤਿਗੁਰੂ ਜੀ ਨੇ ਪੰਡਤ ਨੂੰ ਆਖਿਆ ਕਿ ਮਨੁੱਖਤਾ ਦੀਆਂ ਠੀਕ ਲੀਹਾਂ ਉੱਤੇ ਤੁਰ ਕੇ ਦੂਜਿਆਂ ਦੀ ਭਲਾਈ ਲਈ ਜਿਉਣਾ ਹੋਰ ਗੱਲ ਹੈ, ਅਤੇ ਹੁਣ ਮਰ ਚੁੱਕੀ ਬੋਲੀ ਵਿੱਚ ਅੱਜ ਤੋਂ ਸਦੀਆਂ ਪਹਿਲਾਂ ਲਿਖੇ ਸ਼ਲੋਕਾਂ ਦੇ ਅਰਥ ਕਰਨੇ ਹੋਰ ਗੱਲ ਹੈ। ਉਸ ਵੇਲੇ ਦੇ ਕੋਸ਼ ਤੇ ਵਿਆਕਰਨ ਨੂੰ ਯਾਦ ਕਰਕੇ ਉਹਨਾਂ ਦੀ ਸਹਾਇਤਾ ਨਾਲ ਉਸ ਵਕਤ ਦੀਆਂ ਪੁਸਤਕਾਂ ਦੇ ਅਰਥ ਕਰ ਸਕਣ ਤੋਂ ਇਹ ਸਿੱਧ ਨਹੀਂ ਹੋ ਜਾਂਦਾ ਕਿ ਅਰਥ ਕਰਨ ਵਾਲਾ ਮਨੁੱਖ ਜੀਵਨ ਦੇ ਦ੍ਰਿਸ਼ਟੀਕੋਣ ਤੋਂ ਬੜਾ ਮਹਾਂਪੁਰਖ ਹੈ। ਪਰ ਜੇ ਅਸਾਂ ਅਰਥ ਕਰ ਵੀ ਦਿੱਤੇ ਤਾਂ ਵੀ ਤੇਰੀ ਤਸੱਲੀ ਨਹੀਂ ਹੋਣੀ, ਕਿਉਂਕਿ ਇਹ ਟੁੱਚਰ ਤਸੱਲੀ ਕਰਨ ਦੀ ਖਾਤਰ ਤਾਂ ਪੇਸ਼ ਕੀਤੇ ਹੀ ਨਹੀਂ ਗਏ। ਤੁਸੀਂ ਤਾਂ ਜਨਤਾ ਵਿੱਚੋਂ ਜਾਂਦੇ ਰਸੂਖ ਨੂੰ ਮੁੜ ਕਾਇਮ ਕਰਨ ਲਈ ਇਹ ਅੱਕੀ ਪਲਾਹੀ ਹੱਥ ਪਾ ਰਹੇ ਹੋ। ਸਾਡੇ ਅਰਥ ਕੀਤਿਆਂ ਤੁਸਾਂ ਇਹ ਕਹਿ ਦਿਓਗੇ ਕਿ ਅਮੀਰ ਘਰ ਵਿੱਚ ਜੰਮੇ ਪਲੇ ਹਨ, ਕੋਈ ਉਚੇਚਾ ਅਧਿਆਪਕ ਲਾ ਕੇ ਸੰਸਕ੍ਰਿਤ ਪੜ੍ਹ ਲਈ ਹੋਵੇਗੀ। ਸੋ ਜੇ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੀ ਬਰਕਤ ਜ਼ਰੂਰੀ ਵੇਖਣੀ ਹੀ ਹੈ ਤਾਂ ਆਪਣੇ ਨਗਰ ਵਿੱਚੋਂ ਆਪੇ ਹੀ ਕਿਸੇ ਨੂੰ ਲੈ ਆਓ। ਸਤਿਗੁਰੂ ਨਾਨਕ ਦੇਵ ਜੀ ਦੀ ਮਿਹਰ ਨਾਲ ਉਹ ਤੁਹਾਡੀ ਤਸੱਲੀ ਕਰਾ ਦੇਵੇਗਾ। ਪੰਡਤ ਛੱਜੂ ਨਾਮੀ ਇੱਕ ਬੜੇ ਮੂਰਖ ਝਿਊਰ ਨੂੰ ਲੈ ਆਇਆ। ਸਤਿਗੁਰੂ ਜੀ ਦੀ ਮਿਹਰ ਨਾਲ ਉਹ ਝਿਊਰ ਇੱਕ ਉੱਘਾ ਵਿਦਵਾਨ ਵਕਤਿਆਂ ਵਾਂਗ ਗੀਤਾ ਦੇ ਸ਼ਲੋਕਾਂ ਦਾ ਪਾਠ ਤੇ ਅਰਥ ਸੁਣਾਉਣ ਲੱਗ ਪਿਆ। ਕੁਰਖੇਤਰ ਦੇ ਪੰਡਤਾਂ ਨੂੰ ਇਹ ਚਾਲ ਮਹਿੰਗੀ ਪਈ। ਸਤਿਗੁਰੂ ਦੀ ਮਹਿਮਾ ਸਗੋਂ ਹੋਰ ਵਧੀ। ਸਤਿਗੁਰੂ ਜੀ ਦਾ ਦਿੱਲੀ ਪਹੁੰਚਣਾ। ਥਾਨੇਸਰ ਕੁਰਖੇਤਰ ਪਾਣੀਪਤ ਤੋਂ ਹੁੰਦੇ ਹੋਏ ਸੰਗਤ ਸਮੇਤ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਪਹੁੰਚੇ। ਰਾਜਾ ਜੈ ਸਿੰਘ ਨੇ ਆਪਣੇ ਮਹੱਲ ਬੰਗਲੇ ਵਿੱਚ ਉਤਾਰਾ ਦਿੱਤਾ। ਜਿੱਥੇ ਸਤਿਗੁਰੂ ਜੀ ਟਿਕੇ ਸਨ ਉੱਥੇ ਨਵੀਂ ਦਿੱਲੀ ਰਾਏ ਸੀਨਾ ਵਿੱਚ ਗੁਰਦੁਆਰਾ ਹੈ, ਜਿਸ ਦਾ ਨਾਮ ਬੰਗਲਾ ਸਾਹਿਬ ਹੈ। ਇਹ ਗੁਰਦੁਆਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ ਹਨੂਮਾਨ ਦੇ ਮੰਦਰ ਤੋਂ ਅੱਗੇ ਗੁਰਦੁਆਰਾ ਸੀਸ ਗੰਜ ਤੋਂ 2.5 ਮੀਲਾਂ ਦੀ ਵਿੱਥ ਤੇ ਹੈ। ਅਮੀਰ ਲੋਕਾਂ ਦੀ ਘਰੀ ਬ੍ਰਾਹਮਣਾਂ ਨਾਈਆਂ ਆਦਿਕਾਂ ਦਾ ਅਸਰ ਸੂਕ ਬਹੁਤ ਹੋਇਆ ਕਰਦਾ ਹੈ, ਅਤੇ ਬਹੁਤੇ ਵਹਿਮ ਭਰਮ ਇਹਨਾਂ ਦੇ ਹੀ ਪੈਦਾ ਕੀਤੇ ਹੁੰਦੇ ਹਨ, ਕਿਉਂਕਿ ਇਹ ਭਰਮ ਵਹਿਮ ਉਹਨਾਂ ਦੀ ਆਜੀਵਕਾ ਦਾ ਵਸੀਲਾ ਹੋਇਆ ਕਰਦੇ ਹਨ। ਦਾਨ ਪੁੰਨ ਜੋ ਜਜਮਾਨਾਂ ਤੋਂ ਕਰਾਣੇ ਹੋਏ, ਸੋ ਜੀਵਨ ਦਾ ਛਲਹੀਣ ਪੱਧਰਾ ਰਾਹ ਦੱਸਣ ਵਾਲੇ ਮਹਾਂਪੁਰਖਾਂ ਤੋਂ ਅਮੀਰਾਂ ਦੀ ਸ਼ਰਧਾ ਛੇਤੀ ਡੋਲ ਜਾਂਦੀ ਹੈ, ਤੇ ਇਸ ਡੁਲਾਣ ਵਿੱਚ ਵਧੀਕ ਹੱਥ ਹੁੰਦਾ ਵੀ ਬ੍ਰਾਹਮਣੀਆਂ ਦਾ ਹੀ ਹੈ। ਰਾਜਾ ਜੈ ਸਿੰਘ ਨੇ ਭਾਵੇਂ ਆਦਰ ਸਤਿਕਾਰ ਬਹੁਤ ਕੀਤਾ, ਪਰ ਉਸ ਦੀ ਰਾਣੀ ਦੇ ਦਿਲ ਵਿੱਚ ਬਾਲਕ ਉਮਰ ਗੁਰੂ ਬਾਰੇ ਵਹਿਮ ਭਰਮ ਪਾਇਆ ਜਾ ਚੁੱਕਿਆ ਸੀ। ਕੀਰਤਪੁਰ ਤੇ ਕੁਰਖੇਤਰ ਵਾਲੀ ਕਹਾਣੀ ਮੁੜ ਦਿੱਲੀ ਵਿੱਚ ਦੁਹਰਾਈ ਗਈ। ਰਾਜਾ ਜੈ ਸਿੰਘ ਦੀ ਰਾਣੀ ਨੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੀ ਤਾਂਘ ਪ੍ਰਗਟ ਕੀਤੀ, ਪਰ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਪਰਖਣ ਦੀ ਨੀਅਤ ਵੀ ਧਾਰ ਲਈ। ਹੋਰ ਕਈ ਅਮੀਰ ਘਰਾਣਿਆਂ ਦੀਆਂ ਜਨਾਨੀਆਂ ਨੂੰ ਆਪਣੇ ਮਹੱਲ ਵਿੱਚ ਮੰਗਾ ਲਿਆ ਤੇ ਮਨ ਵਿੱਚ ਇਹ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਹੀ ਗੋਦ ਵਿੱਚ ਆ ਕੇ ਬੈਠੇ। ਗੁਰੂ ਹਰਕ੍ਰਿਸ਼ਨ ਸਾਹਿਬ ਰਣਵਾਸ ਵਿੱਚ ਗਏ ਤੇ ਹੋਰ ਸਭਨਾਂ ਦੇ ਕੋਲੋਂ ਦੀ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿੱਚ ਹੀ ਬੈਠ ਗਏ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਰਸੂਖ ਘਟਦਾ ਵੇਖਣ ਦੇ ਚਾਹਵਾਨਾਂ ਦੀ ਆਸ ਇੱਥੇ ਵੀ ਪੂਰੀ ਨਾ ਹੋਈ। ਆਚਰਜ ਆਤਮਕ ਉਚਤਾ। ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਸੀ। ਜਿਤਨੀ ਵੱਡੀ ਮੁਗਲ ਤਾਕਤ ਦੇ ਜਿਸ ਬਾਦਸ਼ਾਹ ਦੇ ਦੀਦਾਰ ਨੂੰ ਲੋਕ ਤਰਲੇ ਲੈਂਦੇ ਸਨ, 8 ਸਾਲਾਂ ਦਾ ਬਾਲਕ ਗੁਰੂ ਬਾਦਸ਼ਾਹ ਦੇ ਖਾਹਿਸ਼ ਪ੍ਰਗਟ ਕਰਨ ਤੇ ਵੀ ਮਿਲਣ ਤੋਂ ਨਾ ਕਰੇ, ਆਤਮਕ ਉਚਤਾ ਦੀ ਆਪਣੇ ਆਪ ਵਿੱਚ ਹੀ ਇੱਕ ਵੱਡੀ ਕਰਾਮਾਤ ਸੀ। ਔਰੰਗਜ਼ੇਬ ਉੱਤੇ ਸਤਿਗੁਰੂ ਜੀ ਦੀ ਇਸ ਮਹਾਨ ਆਤਮਕ ਤਾਕਤ ਦਾ ਅਸਰ ਹੋਣੋਂ ਰਹਿ ਨਾ ਸਕਿਆ। ਸਿੱਖ ਇਤਿਹਾਸ ਲਿਖਦਾ ਹੈ ਕਿ ਬਾਦਸ਼ਾਹ ਨੇ ਆਪਣੇ ਵੱਡੇ ਪੁੱਤਰ ਮੁਅੱਜ਼ਮ ਸ਼ਾਹ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਪਾਸ ਭੇਜਿਆ। ਸਹਿਜ਼ਾਦਾ ਅਤੇ ਸਤਿਗੁਰੂ ਜੀ ਉਮਰੋਂ ਹਾਣੀ ਹੀ ਸਨ। ਸਹਿਜ਼ਾਦੇ ਦੀ ਭਾਵਨਾ ਅਨੁਸਾਰ ਰਾਜਾ ਜੈ ਸਿੰਘ ਦੇ ਬਾਗ ਵਿੱਚੋਂ ਉਸ ਨੂੰ ਕਈ ਬੇਬਹਾਰੇ ਫਲ ਖਵਾਏ।
ਔਰੰਗਜ਼ੇਬ ਨੂੰ ਕੀਰਤਪੁਰ ਤੋਂ ਦਿੱਲੀ ਤੱਕ ਦੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਆਤਮਿਕ ਉਚਤਾ ਬਾਰੇ ਸਭ ਖਬਰਾਂ ਨਾਲੋਂ ਨਾਲ ਅੱਪੜ ਰਹੀਆਂ ਸਨ। ਬਾਲਕ ਗੁਰੂ ਜੀ ਦੀ ਨਿਰਭੈਤਾ ਵੀ ਉਸਨੇ ਵੇਖ ਲਈ। ਮਾਇਆ ਦੇ ਵਿਗਾੜੇ ਹੋਏ ਮਸੰਦਾਂ ਦੀ ਚੁੱਕਣਾ ਤੇ ਕੀਤੇ ਹੋਏ ਬਾਬਾ ਰਾਮ ਰਾਏ ਜੀ ਦੇ ਦਾਅਵੇ ਸੰਬੰਧੀ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਦਾ ਪੱਖ ਨਾ ਲਿਆ, ਕਿਉਂਕਿ ਉਹ ਇਹ ਵੀ ਵੇਖ ਰਿਹਾ ਸੀ ਕਿ ਸਿੱਖ ਸੰਗਤਾਂ ਦੀ ਸ਼ਰਧਾ ਕਿਸ ਪਾਸੇ ਵੱਲ ਸੀ। ਪਰ ਔਰੰਗਜ਼ੇਬ ਇਹ ਵੀ ਚਾਹੁੰਦਾ ਸੀ ਕਿ ਗੁਰੂ ਨਾਨਕ ਦਾ ਘਰ ਕਿਤੇ ਬਹੁਤਾ ਤਕੜਾ ਹੋ ਕੇ ਮੁਗਲ ਰਾਜ ਵਾਸਤੇ ਖਤਰਨਾਕ ਨਾ ਹੋ ਜਾਏ। ਸੋ ਉਸਨੇ ਬਾਬਾ ਰਾਮ ਰਾਏ ਜੀ ਦਾ ਵਿਰੋਧੀ ਧੜਾ ਤਕੜਾ ਕਰਨ ਲਈ ਬਾਬਾ ਜੀ ਨੂੰ ਦਿੱਤੀ ਭਾਰੀ ਜਾਗੀਰ ਪੱਕੀ ਕਰ ਦਿੱਤੀ, ਜੋ ਹੁਣ ਤੱਕ ਦੇਹਰਾਦੂਨ ਦੇ ਇਲਾਕੇ ਵਿੱਚ ਚਲੀ ਆ ਰਹੀ ਹੈ। ਸ਼ਾਹਜਹਾਨ ਨੇ ਵੀ ਗੁਰੂ ਹਰਿਰਾਏ ਸਾਹਿਬ ਦੇ ਟਾਕਰੇ ਤੇ ਖੜਾ ਕਰਨ ਲਈ ਬਾਬਾ ਧੀਰਮਲ ਜੀ ਨੂੰ ਵੱਡੀ ਸਾਰੀ ਜਾਗੀਰ ਦਿੱਤੀ ਸੀ, ਜੋ ਅਜੇ ਤੱਕ ਉਸ ਖਾਨਦਾਨ ਵਿੱਚ ਕਾਇਮ ਹੈ। ਜੋਤੀ ਜੋਤ ਸਮਾਣਾ। ਫੱਗਣ ਚੇਤਰ ਦੀ ਮਿੱਠੀ ਮਿੱਠੀ ਰੁੱਤੇ ਸਾਡੇ ਦੇਸ਼ ਵਿੱਚ ਆਮ ਤੌਰ ਤੇ ਚੇਚਕ ਦੀ ਬਿਮਾਰੀ ਫੁੱਟ ਪੈਂਦੀ ਹੈ। ਚੇਚਕ ਛੂਤ ਦੀ ਬਿਮਾਰੀ ਹੈ ਅਤੇ ਬੜੀ ਹੀ ਖਤਰਨਾਕ। ਜਦੋਂ ਕਿਸੇ ਇੱਕ ਆਦਮੀ ਨੂੰ ਇਹ ਰੋਗ ਹੋ ਜਾਏ ਤਾਂ ਉਸ ਤੋਂ ਬੇਅੰਤ ਜਰਮ ਪੈਦਾ ਹੋ ਕੇ ਉਸ ਦੇ ਚੌਗਿਰਦੇ ਦੇ ਕੱਪੜਿਆਂ ਵਿੱਚ ਤੇ ਹਵਾ ਵਿੱਚ ਟਿਕੇ ਰਹਿੰਦੇ ਹਨ। ਫਿਰ ਜਿਉਂ-ਜਿਉਂ ਉਹ ਜਰਮ ਹੋਰ ਮਨੁੱਖਾਂ ਨੂੰ ਛੂਹਦੇ ਹਨ, ਤਿਉਂ-ਤਿਉਂ ਬਿਮਾਰੀ ਵੱਧਦੀ ਜਾ ਕੇ ਉਸ ਸਾਰੇ ਇਲਾਕੇ ਦੀ ਹਵਾ ਵਿੱਚ ਜਰਮਾਂ ਦੀ ਭਰਮਾਰ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਚੇਚਕ ਤਬਾਹੀ ਮਚਾ ਦਿੰਦੀ ਹੈ। ਹਵਾ ਵਿੱਚੋਂ ਚਿੰਬੜੇ ਜਰਮਾਂ ਦਾ ਅਸਰ ਕੁਝ ਦਿਨ ਹੁੰਦਾ ਰਹਿੰਦਾ ਹੈ। ਫਿਰ ਅਚਨਚੇਤ ਮਨੁੱਖ ਨੂੰ ਫੂਕ ਕੇ ਤਾਪ ਚੜ੍ਹ ਜਾਂਦਾ ਹੈ ਅਤੇ ਸਾਰਾ ਪਿੰਡਾ ਬੜਾ ਸਖਤ ਪੀੜ ਕਰਦਾ ਹੈ। ਲੱਕ ਤਾਂ ਦਰਦ ਨਾਲ ਮਨ ਨੂੰ ਟੁੱਟ ਹੀ ਜਾਂਦਾ ਹੈ। ਤਾਪ ਦੀ ਘੂਕੀ ਨਾਲ ਰੋਗੀ ਬੇਸੁਰਤ ਪਿਆ ਰਹਿੰਦਾ ਹੈ। 3 ਦਿਨਾਂ ਵਿੱਚ ਪਿੰਡੇ ਉੱਤੇ ਬਰੀਕ ਬਰੀਕ ਫੁਹਾਰ ਨਿਕਲ ਆਉਂਦੀ। ਇਹ ਫੁਹਾਰ ਬੜੀ ਛੇਤੀ ਵਧਣੀ ਸ਼ੁਰੂ ਹੋ ਜਾਂਦੀ ਹੈ। ਵੱਡੇ ਵੱਡੇ ਛਾਲੇ ਬਣ ਜਾਂਦੇ ਹਨ, ਉਹਨਾਂ ਵਿੱਚ ਪਾਗ ਪੈ ਜਾਂਦੀ ਹੈ ਅਤੇ ਬੜੇ ਦੁਖਦੇ ਹਨ। ਇਸ ਪਾਕੇ ਦੇ ਕਾਰਨ ਬਿਮਾਰ ਨੂੰ ਦੂਜੀ ਵਾਰੀ ਫਿਰ ਜ਼ੋਰ ਦਾ ਬੁਖਾਰ ਆ ਚੜ੍ਹਦਾ ਹੈ ਅਤੇ ਆਮ ਤੌਰ ਤੇ ਇਹ ਹਾਲਤ ਮੌਤ ਦਾ ਸੁਨੇਹਾ ਹੀ ਹੁੰਦੀ ਹੈ। ਜਦੋਂ ਔਰੰਗਜ਼ੇਬ ਕਸ਼ਮੀਰ ਤੋਂ ਵਾਪਸ ਜਨਵਰੀ ਸਨ 1664 ਵਿੱਚ ਦਿੱਲੀ ਪਹੁੰਚਿਆ ਤਾਂ ਉਨੀ ਦਿਨੀ ਚੇਚਕ ਦੀ ਬਿਮਾਰੀ ਫੁੱਟ ਪਈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਲੀ ਅੱਪਣ ਦੇ ਵੇਲੇ ਤੱਕ ਤਾਂ ਉੱਥੇ ਚੇਚਕ ਭਰ ਜ਼ੋਰਾਂ ਵਿੱਚ ਸੀ। ਕੋਈ ਵੀ ਮਰੀ ਪਵੇ ਉਸ ਦਾ ਸ਼ਿਕਾਰ ਆਮ ਤੌਰ ਤੇ ਗਰੀਬ ਲੋਕ ਹੀ ਹੋਇਆ ਕਰਦੇ ਹਨ, ਕਿਉਂਕਿ ਜਿੱਥੇ ਭੁੱਖ ਹੋਵੇ, ਜਿੱਥੇ ਸਫਾਈ ਦੀ ਅਣਹੋਂਦ ਹੋਵੇ, ਉੱਥੇ ਹੀ ਮਰੀ ਨੂੰ ਪੱਲਣ ਲਈ ਫੱਬਵਾਂ ਥਾਂ ਮਿਲਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਪਹੁੰਚਦਿਆਂ ਹੀ ਦੁਖੀ ਗਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਪਾਠਕ ਇਹ ਗੱਲ ਚੇਤੇ ਰੱਖਣ ਕਿ ਦਸਵੰਧ ਦੀ ਮਰਿਆਦਾ ਦੇ ਕਾਰਨ ਗੁਰੂ ਘਰ ਦਾ ਖਜ਼ਾਨਾ ਸਦਾ ਭਰਪੂਰ ਰਹਿੰਦਾ ਸੀ ਅਤੇ ਉਹ ਖਜ਼ਾਨਾ ਸਿੱਖ ਕੌਮ ਦੀ ਉੱਨਤੀ ਅਤੇ ਗਰੀਬਾਂ ਦੁਖੀਆਂ ਲੋੜਵੰਦਿਆਂ ਦੀ ਸਹਾਇਤਾ ਵਾਸਤੇ ਵਰਤਿਆ ਜਾਂਦਾ ਸੀ। ਅਕਬਰ, ਜਹਾਂਗੀਰ ਤੇ ਸ਼ਾਹਜਹਾਨ ਦੇ ਵੇਲੇ ਜਦੋਂ ਕਾਲ ਪੈਂਦਾ ਰਿਹਾ ਜਾਂ ਕੋਈ ਮਰੀ ਫੁੱਟਦੀ ਰਹੀ, ਤਦੋਂ ਹੀ ਸਤਿਗੁਰ ਜੀ ਦਸਵੰਧ ਦੀ ਮਾਇਆ ਵਰਤ ਕੇ ਲੋੜਵੰਦਿਆਂ ਦੀ ਮਦਦ ਕਰਦੇ ਰਹੇ। ਘਬਰਾਏ ਲੋਕਾਂ ਨੂੰ ਢਾਰਸ ਤੇ ਮਾਇਕ ਸਹਾਇਤਾ ਦੇਣ ਲਈ ਸਤਿਗੁਰ ਜੀ ਨੂੰ ਉਹਨਾਂ ਇਲਾਕਿਆਂ ਵਿੱਚ ਵੀ ਜਾਣਾ ਪੈਂਦਾ ਸੀ ਜਿੱਥੇ ਚੇਚਕ ਦਾ ਜ਼ੋਰ ਸੀ। ਉਹਨਾਂ ਦੀ ਆਪਣੀ ਉਮਰ ਅਜੇ ਪੌਣੇ 8 ਸਾਲਾਂ ਤੋਂ ਘੱਟ ਹੀ ਸੀ। ਇਸ ਉਮਰੇ ਚੇਚਕ ਉੱਡ ਕੇ ਪੈਂਦੀ ਹੈ, ਪਰ ਗਰੀਬਾਂ ਦੀ ਖਾਤਰ ਜਿਤਨਾ ਚਿਰ ਸਤਿਗੁਰ ਜੀ ਆਪ ਆਪਣਾ ਸਿਰ ਤਲੀ ਉੱਤੇ ਨਾ ਰੱਖਣ, ਨਿਰੀ ਪ੍ਰੇਰਨਾ ਨਾਲ ਹੋਰ ਕੌਣ ਬਲਦੀ ਦੀ ਬੁੱਥੇ ਜਾਵੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਬੜੇ ਜ਼ੋਰ ਦਾ ਬੁਖਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿਸਣ ਲੱਗ ਪਏ। ਉਹਨਾਂ ਆਪਣਾ ਸਰੀਰਕ ਅੰਤ ਨੇੜੇ ਆਇਆ ਪੱਕ ਨਿਸ਼ਚੇ ਕਰ ਲਿਆ। ਰਾਜਾ ਜੈ ਸਿੰਘ ਦੇ ਮਹੱਲ ਵਿੱਚੋਂ ਬਾਹਰ ਜਮਨਾ ਦੇ ਕੰਢੇ ਇੱਕ ਖੁੱਲੇ ਥਾਂ ਡੇਰੇ ਦਾ ਪ੍ਰਬੰਧ ਕੀਤਾ। ਕੀਰਤਪੁਰੋਂ ਆਈ ਸੰਗਤ ਸਮੇਤ ਜਮਨਾ ਦੇ ਕੰਢੇ ਪਾਲਕੀ ਵਿੱਚ ਚਲੇ ਗਏ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਨੇ 5 ਪੈਸੇ ਮੰਗਾਏ, ਹੱਥਾਂ ਨਾਲ ਹੀ 3 ਪਰਿਕਰਮਾ ਕੀਤੀਆਂ ਤੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ ਬਾਬਾ ਬਕਾਲੇ ਹੈ, ਜਿਸ ਦਾ ਭਾਵ ਇਹ ਸੀ ਕਿ ਸਾਥੋਂ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂਪੁਰਖ ਪਿੰਡ ਬਕਾਲੇ ਵਿੱਚ ਹੈ ਤੇ ਸਾਡਾ ਬਾਬਾ ਵੀ ਹੈ। ਇਸ ਤੋਂ ਪਿੱਛੋਂ ਆਪ ਜੋਤੀ ਜੋਤ ਸਮਾ ਗਏ। ਉਸ ਦਿਨ ਬੁੱਧਵਾਰ ਸੀ, ਵੈਸਾਖ ਦੀ 3 ਤਾਰੀਖ ਸੰਮਤ 1721। ਚੰਦਰਮਾ ਦੇ ਮਹੀਨਿਆਂ ਦੇ ਹਿਸਾਬ ਉਸ ਦਿਨ ਚੇਤਰ ਸੁਦੀ 14 ਸੀ। ਈਸਵੀ ਸਨ 1664
ਅਤੇ ਮਾਰਚ ਦੀ 30 ਤਾਰੀਖ ਸੀ, ਜਿੱਥੇ ਜਮਨਾ ਦੇ ਕੰਢੇ ਆਪ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਉੱਥੇ ਹੁਣ ਗੁਰਦੁਆਰਾ ਹੈ ਦੇਹੁਰਾ ਬਾਲਾ ਜੀ। ਜਨਮ ਕੀਰਤਪੁਰ 8 ਸਾਵਣ ਸੰਮਤ 1713 ਮੁਤਾਬਕ 7 ਜੁਲਾਈ ਸਨ 1656। ਜੋਤੀ ਜੋਤ ਦਿੱਲੀ ਜਮਨਾ ਦੇ ਕੰਢੇ 3 ਵੈਸਾਖ ਸੰਮਤ 1721 ਮੁਤਾਬਕ 30 ਮਾਰਚ ਸਨ 1664। ਕੁੱਲ ਉਮਰ 7 ਸਾਲ ਤੇ ਤਕਰੀਬਨ 8.5 ਮਹੀਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤਾਲੀਮ, ਸ਼ਰਧਾ ਤੇ ਸਤਿਕਾਰ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੋਈ ਬਾਣੀ ਨਹੀਂ ਉਚਾਰੀ ਲਿਖੀ, ਪਰ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਰੱਖਣ ਵਾਲੀਆਂ ਜੋ ਸਾਖੀਆਂ ਉੱਪਰ ਲਿਖੀਆਂ ਗਈਆਂ ਹਨ, ਉਹਨਾਂ ਦੇ ਚਾਨਣ ਵਿੱਚ ਨਿਸ਼ੰਗ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਗੁਰੂ ਉੱਤੇ ਪੂਰੀ ਸ਼ਰਧਾ ਰੱਖਣ ਅਤੇ ਗੁਰੂ ਦਾ ਪੂਰਾ ਆਦਰ ਸਤਿਕਾਰ ਕਾਇਮ ਰੱਖਣ ਦੇ ਖਾਸ ਪੂਰਨੇ ਪਾਏ ਸਨ। ਦਿੱਲੀ ਵਿੱਚ ਗੁਰ ਅਸਥਾਨ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਦਿੱਲੀ ਵਿਖੇ ਹੇਠ ਲਿਖੇ ਗੁਰ ਅਸਥਾਨਾਂ ਦਾ ਜ਼ਿਕਰ ਕੀਤਾ ਹੈ। ਨੰਬਰ 1 ਸੀਸਗੰਜ, ਇਹ ਚਾਂਦਨੀ ਚੌਂਕ ਵਿੱਚ ਹੈ। ਇੱਥੇ 12 ਮੱਕਰ ਸੰਮਤ 1732 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਸ਼ ਅਤੇ ਧਰਮ ਦੀ ਖਾਤਰ ਸੀਸ ਕੁਰਬਾਨ ਕੀਤਾ। ਨੰਬਰ 2 ਰਕਾਬਗੰਜ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ ਹੈ। ਇਹ ਸਥਾਨ ਗੁਰਦੁਆਰਾ ਰੋਡ ਤੇ ਹੈ, ਜੋ ਚਾਂਦਨੀ ਚੌਂਕ ਤੋਂ 3 ਮੀਲ ਹੈ। ਨੰਬਰ 3 ਬੰਗਲਾ ਸਾਹਿਬ। ਜੈ ਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ 1720 ਵਿੱਚ ਬਿਰਾਜੇ ਸਨ। ਉਸ ਸਮੇਂ ਗੁਰੂ ਸਾਹਿਬ ਦੇ ਨਿਵਾਸ ਲਈ ਅੰਬਰਪਤ ਮਿਰਜ਼ਾ ਜੈ ਸਿੰਘ ਨੇ ਬੰਗਲਾ ਬਣਵਾਇਆ ਸੀ। ਇਹ ਗੁਰਦੁਆਰਾ ਜੈ ਸਿੰਘ ਰੋਡ ਅਤੇ ਕੰਟੋਨਮੈਂਟ ਰੋਡ ਤੇ ਮੱਧ ਵਿੱਚ ਹੈ। ਨੰਬਰ 4 ਬਾਲਾ ਸਾਹਿਬ। ਬਾਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਦਾ ਸੰਸਕਾਰ ਇਸ ਥਾਂ ਸੰਮਤ 1721 ਵਿੱਚ ਹੋਇਆ। ਮਾਤਾ ਸਾਹਿਬ ਕੌਰ ਮਾਤਾ ਸੁੰਦਰੀ ਜੀ ਦਾ ਸੰਸਕਾਰ ਵੀ ਇਸੇ ਥਾਂ ਹੋਇਆ ਹੈ। ਦਿੱਲੀ ਦਰਵਾਜ਼ੇ ਤੋਂ ਬਾਹਰ 12 ਪੁਲਾ ਲੰਘ ਕੇ ਨਾਲੇ ਤੋਂ ਪਾਰ ਇਹ ਸਥਾਨ ਹੈ, ਜੋ ਚਾਂਦਨੀ ਚੌਂਕ ਤੋਂ 4 ਮੀਲ ਹੈ। ਨੰਬਰ 5 ਮੋਤੀ ਬਾਗ। ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1764 ਵਿੱਚ ਚਰਨ ਪਾਏ ਸਨ। ਇਹ ਗੁਰਦੁਆਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ ਚਾਂਦਨੀ ਚੌਂਕ ਤੋਂ 5 ਮੀਲ ਹੈ। ਨੰਬਰ 6 ਦਮਦਮਾ ਸਾਹਿਬ। ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ। ਗੁਰਦੁਆਰਾ ਹਮਾਯੂ ਦੇ ਮਕਬਰੇ ਪਾਸ ਹੈ। ਚਾਂਦਨੀ ਚੌਂਕ ਤੋਂ 3 ਮੀਲ ਹੈ। ਨੰਬਰ 7 ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਚਾਂਦਨੀ ਚੌਂਕ ਤੋਂ 1.5 ਮੀਲ ਹੈ। ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ। ਨੰਬਰ 8 ਮਜਨੂ ਦਾ ਟਿੱਲਾ। ਇੱਥੇ ਜਗਤ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜੇ ਹਨ। ਔਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮ ਰਾਏ ਜੀ ਦਾ ਨਿਵਾਸ ਵੀ ਇੱਥੇ ਹੀ ਰਿਹਾ ਹੈ। ਇਹ ਗੁਰਦੁਆਰਾ ਜਮਨਾ ਕਿਨਾਰੇ ਚੰਦਰਾਵਲ ਪਿੰਡ ਪਾਸ ਹੈ। ਕਸ਼ਮੀਰੀ ਦਰਵਾਜ਼ੇ ਤੋਂ ਬਾਹਰ ਚਾਂਦਨੀ ਚੌਂਕ ਤੋਂ 3 ਮੀਲ ਹੈ। ਨੰਬਰ 9 ਨਾਨਕ ਪਿਆਓ। ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਖੂਹ ਤੋਂ ਜਲ ਕੱਢ ਕੇ ਰਾਹੀਆਂ ਨੂੰ ਪਾਣੀ ਪਿਆਇਆ। ਇਹ ਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ 4 ਮੀਲ ਹੈ। ਇਸ ਨੂੰ ਪੌ ਸਾਹਿਬ ਵੀ ਆਖਦੇ ਹਨ। ਗੁਰ ਇਤਿਹਾਸ ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਗੁਰ ਅਤੇ ਸਿੱਖ ਇਤਿਹਾਸ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।